ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚ ਹੋ ਜਾਏ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚ ਹੋ ਜਾਏ। ਬੰਧਨ ਤੋੜੇ ਮੁਕਤ ਹੋਏ, ਸੱਚੇ ਰਹਿ ਸਮਾਏ। ਇਸ ਜਗ ਮਹਿ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵਹਿ ਆਪਣਾ, ਹਉ ਤਿਨ ਬਲਿਹਾਰੈ ਜਾਓ। ਇਸ ਜਗ ਮਹਿ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵਹਿ ਆਪਣਾ, ਹਉ ਤਿਨ ਬਲਿਹਾਰੈ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ, ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਨਤਾ ਦੇ ਜੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰੂ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਅੱਜ ਦੇ ਪਾਵਨ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਜੋ ਅੱਜ ਮੀਰੀ ਪੀਰੀ ਦਿਵਸ ਹੈ ਅਤੇ ਧੰਨ ਧੰਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ, ਉਸ ਸੰਬੰਧ ਦੇ ਵਿੱਚ ਆਪਾਂ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਹਨ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਵਿੰਦ ਸਵਾਰੀ।
ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਬਹੁ ਪਰਉਪਕਾਰੀ। ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਗੋਬਿੰਦ ਤੋਲਾ। ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ। ਅੱਜ ਦੇ ਸ਼ੁਭ ਦਿਹਾੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਦਾਤਾ 11 ਸਾਲ ਦੀ ਉਮਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਵੀਰ ਆਸਣ ਹੋ ਕੇ ਵਿਰਾਜਮਾਨ ਹੋਏ। ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ 2 ਤਲਵਾਰਾਂ ਧਾਰਨ ਕਰਵਾਈਆਂ, ਮੀਰੀ ਅਤੇ ਪੀਰੀ ਦੀਆਂ। ਇਤਿਹਾਸ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਸ਼ੁਭ ਦਿਹਾੜੇ ਅੰਮ੍ਰਿਤ ਵੇਲੇ ਉੱਠਦੇ ਹਨ। ਇਸ਼ਨਾਨ ਪਾਨ ਤੋਂ ਉਪਰੰਤ ਨਿਜ ਧਿਆਨ ਦੇ ਵਿੱਚ ਆਪ ਜੀ ਕੁਝ ਸਮੇਂ ਵਾਸਤੇ ਟਿਕਦੇ ਹਨ। ਸ਼ਸਤਰ ਬਸਤਰ ਧਾਰਨ ਕਰਕੇ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਕਰਨ ਵਾਸਤੇ, ਮੱਥਾ ਟੇਕਣ ਵਾਸਤੇ ਜਾਂਦੇ ਹਨ। ਉਪਰੰਤ ਆ ਕੇ ਸ੍ਰੀ ਅਕਾਲ ਤਖਤ ਸਾਹਿਬ, ਜੋ ਕਿ ਕੁਝ ਦਿਨ ਪਹਿਲਾਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਣਾਇਆ ਸੀ, ਆਪਣੇ ਹੱਥੀਂ ਨੀਂਹ ਰੱਖੀ ਸੀ। 2 ਬ੍ਰਹਮ ਗਿਆਨੀਆਂ ਨੇ ਜਿਸ ਦਾ ਨਿਰਮਾਣ ਕੀਤਾ ਸੀ। ਕਿਸੇ ਰਾਜ ਨੇ ਹਾਥ ਲਗਾਇਓ, ਬੁੱਢੇ ਆਓ ਗੁਰਦਾਸ ਬਣਾਇਓ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਜਿਸ ਦਾ ਨਿਰਮਾਣ ਕੀਤਾ ਸੀ, ਉਸ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਵੀਰ ਆਸਣ ਹੋ ਕੇ ਵਿਰਾਜਮਾਨ ਹੁੰਦੇ ਹਨ। ਔਰ ਸਾਧ ਸੰਗਤ ਜੀ ਸਿੱਖ ਸੰਗਤਾਂ ਨੂੰ ਇਹ ਉਪਦੇਸ਼ ਦਿੰਦੇ ਹਨ, ਚੰਗੇ ਚੰਗੇ ਘੋੜੇ ਭੇਟਾ ਕਰੋ, ਚੰਗੇ ਚੰਗੇ ਸ਼ਸਤਰ ਭੇਟਾ ਕਰੋ। ਹੁਣ ਐਸਾ ਸਮਾਂ ਆ ਰਿਹਾ ਹੈ, ਜ਼ਬਰ ਦਾ ਮੁਕਾਬਲਾ ਜ਼ਬਰ ਨਾਲ ਨਹੀਂ, ਜ਼ਬਰ ਦਾ ਮੁਕਾਬਲਾ ਜ਼ਬਰ ਨਾਲ ਹੀ ਕਰਨਾ ਹੈ। ਕਿਉਂਕਿ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ। ਤਤੀਆਂ ਤਵੀਆਂ ਦੇ ਉੱਪਰ ਬੈਠੇ ਸਬਰ ਦੀ ਹੱਦ ਵਿਖਾ ਦਿੱਤੀ। ਔਰ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਅਣਖ ਦੇ ਨਾਲ ਜੀਵਣਾ ਹੈ, ਅਣਖ ਦੇ ਨਾਲ ਮਰਨਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਵੀ ਹਨ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਢਾਡੀ ਸਿੰਘਾਂ ਨੂੰ ਆਖਿਆ ਕਿ ਤੁਸੀਂ ਢਾਡੀ ਵਾਰਾਂ ਗਾਇਨ ਕਰੋ। ਜਿੱਥੇ ਕੀਰਤਨ ਜ਼ਰੂਰੀ ਹੈ ਉੱਥੇ ਢਾਡੀ ਵੀ ਜ਼ਰੂਰੀ ਹਨ, ਉੱਥੇ ਢਾਡੀ ਵਾਰਾਂ ਵੀ ਜ਼ਰੂਰੀ ਹਨ। ਜਿੱਥੇ ਸਤਿਗੁਰੂ ਜੀ ਨੇ ਸਿੱਖ ਨੂੰ ਭਗਤੀ ਦੇ ਨਾਲ ਜੋੜਿਆ, ਉੱਥੇ ਸ਼ਕਤੀ ਦੇ ਨਾਲ ਜੋੜਿਆ। ਮੀਰੀ ਦਾ ਭਾਵ ਰਾਜਨੀਤਿਕ ਸੱਤਾ, ਪੀਰੀ ਦਾ ਭਾਵ ਧਾਰਮਿਕ ਚੇਤਨਾ। ਆਖਿਆ ਜਿੱਥੇ ਸਿੱਖ ਨੇ ਆਪਣੇ ਅੰਦਰ ਨੂੰ ਮਜ਼ਬੂਤ ਕਰਨਾ ਹੈ, ਪੀਰੀ ਦੇ ਨਾਲ ਜੁੜ ਕੇ, ਭਗਤੀ ਦੇ ਨਾਲ ਜੁੜ ਕੇ।
ਵਿਦਵਾਨਾਂ ਦੇ ਬਚਨ ਹਨ, ਜਿਹੜਾ ਦਰਖਤ ਆਪਣੀਆਂ ਜੜ੍ਹਾਂ ਨੂੰ ਪਤਾਲ ਦੇ ਵਿੱਚ ਲੈ ਜਾਂਦਾ ਹੈ, ਉਹੀ ਦਰਖਤ ਆਪਣੀਆਂ ਸ਼ਾਖਾਵਾਂ ਆਕਾਸ਼ ਦੇ ਵਿੱਚ ਲੈ ਜਾਂਦਾ ਹੈ। ਜਿਹੜੇ ਮਹਿਲ ਦੀ ਨੀਂਹ ਡੂੰਘੀ ਹੁੰਦੀ ਹੈ, ਉਸੇ ਦੇ ਉੱਪਰ ਹੀ ਵੱਡੇ ਵੱਡੇ ਚੁਬਾਰੇ ਛੱਤੇ ਜਾ ਸਕਦੇ ਹਨ। ਬਾਣੀ ਪੜ੍ਹ ਕੇ, ਸਿਮਰਨ ਕਰਕੇ, ਭਜਨ ਕਰਕੇ, ਬੰਦਗੀ ਕਰਕੇ ਆਪਣੇ ਅੰਦਰ ਨੂੰ ਮਜ਼ਬੂਤ ਕਰੋ। ਪਹਿਲੋਂ ਦੇ ਜੜ ਅੰਦਰ ਜੰਮੈ, ਤਾਂ ਉੱਪਰ ਹੋਵੈ ਛਾਉ। ਸ਼ਸਤਰ ਵਿਦਿਆ ਦਾ ਅਭਿਆਸ ਕਰਕੇ ਆਪਣੇ ਆਪ ਨੂੰ ਬਾਹਰੋਂ ਮਜ਼ਬੂਤ ਕਰੋ। ਸਿੱਖ ਨੇ ਅੰਦਰੋਂ ਵੀ ਮਜ਼ਬੂਤ ਹੋਣਾ ਹੈ, ਸਿੱਖ ਨੇ ਬਾਹਰੋਂ ਵੀ ਮਜ਼ਬੂਤ ਹੋਣਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਸਨ, ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ। ਕਮਰ ਕੱਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹੋਏ ਅਦਕਾਈ। ਜਿੱਥੇ ਸ਼ਬਦ ਨੂੰ ਪੀ ਰਾਖਿਆ ਹੈ, ਗੁਰਮਤਿ ਦੇ ਵਿੱਚ, ਗੁਰਬਾਣੀ ਦੇ ਵਿੱਚ ਬਚਨ ਹਨ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਉੱਥੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਅਸ ਕਿਰਪਾਨ ਖੰਡੋ ਖੜਗ, ਤੁਪਕ ਤਬਿਰ ਤੀਰ। ਸਹਿਬ ਸਰੋਹੀ ਸਹਿਥੀ, ਯਹ ਹਮਾਰੇ ਪੀਰ। ਕਾਇਰਤਾ, ਗੁਲਾਮੀ ਜਿਹੜੀ ਹੈ, ਉਹ ਇੱਕ ਗੁਨਾਹ ਹੈ, ਉਹ ਪਾਪ ਹੈ। ਕਿਸੇ ਦੇ ਨਾਲ ਧੱਕਾ ਕਰਨਾ ਵੀ ਪਾਪ ਹੈ, ਕਿਸੇ ਦਾ ਧੱਕਾ ਸਹਿਣਾ ਵੀ ਪਾਪ ਹੈ, ਜਰਨਾ ਵੀ ਪਾਪ ਹੈ। ਵਿਦਵਾਨਾਂ ਦੇ ਮੁਤਾਬਕ ਅੱਜ ਦਾ ਜਿਹੜਾ ਸਾਧ ਸੰਗਤ ਜੀ ਦਿਹਾੜਾ ਹੈ, ਇੱਕ ਸਿੱਖ ਜਗਤ ਦੇ ਵਿੱਚ ਇਸ ਨੂੰ ਟਰਨਿੰਗ ਪੁਆਇੰਟ ਆਖਿਆ ਗਿਆ ਹੈ, ਬਹੁਤ ਵੱਡਾ ਇੱਕ ਮੋੜ ਆਖਿਆ ਗਿਆ ਹੈ, ਬੜਾ ਮਹਾਨ ਦਿਹਾੜਾ ਹੈ। ਭਾਵੇਂ ਮੀਰੀ ਪੀਰੀ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਚੱਲਦੀ ਆਈ ਹੈ, ਪਰ ਅਜੇ ਮੀਰੀ ਜਿਹੜੀ ਸੀ ਗੁਪਤ ਰੂਪ ਦੇ ਵਿੱਚ ਸੀ, ਸ਼ਾਂਤ ਰੂਪ ਦੇ ਵਿੱਚ ਸੀ। ਬਾਬਰ ਨੂੰ ਜਾਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਹੈ। ਔਰ ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਮੀਰੀ ਨੂੰ ਸ਼ਾਂਤੀ ਤੋਂ ਕ੍ਰਾਂਤੀ ਦਾ ਰੂਪ ਦਿੱਤਾ, ਕ੍ਰਾਂਤੀ ਦੇ ਰੂਪ ਦੇ ਵਿੱਚ ਤਬਦੀਲ ਕੀਤਾ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੀਰੀ ਪੀਰੀ ਦਾ ਮਾਲਕ ਆਖਿਆ ਜਾਂਦਾ ਹੈ, ਪ੍ਰਗਟ ਰੂਪ ਦਿੱਤਾ ਹੈ। ਜਿੱਥੇ ਸਤਿਗੁਰੂ ਜੀਵਨ ਦਾਨ ਦਿੰਦੇ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਜਿਹੜੀ ਮੀਰੀ ਹੈ ਉਸ ਦਾ ਵੀ ਗਿਆਨ ਦਿੱਤਾ, ਸ਼ਸਤਰ ਵਿਦਿਆ ਦਾ ਵੀ ਅਭਿਆਸ ਕਰਵਾਇਆ। ਇਸ ਕਰਕੇ ਗੁਰਸਿੱਖ ਜਿਹੜੇ ਸਨ, ਦੂਰ ਦੁਰਾਡੇ ਤੋਂ ਚੰਗੇ ਚੰਗੇ ਸ਼ਸਤਰ, ਚੰਗੇ ਚੰਗੇ ਘੋੜੇ ਜਿਹੜੇ ਸਨ, ਉਹ ਮਹਾਰਾਜ ਜੀ ਦੇ ਹਜ਼ੂਰ ਭੇਟਾ ਕਰਨ ਲੱਗੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫੌਜ ਇਕੱਠੀ ਕਰਕੇ ਬੜੇ ਵੱਡੇ ਵੱਡੇ 4 ਜੰਗ ਕੀਤੇ ਹਨ। 4 ਹੀ ਜੰਗਾਂ ਦੇ ਵਿੱਚ ਉਹਨਾਂ ਦੇ ਜਿਹੜੇ ਸੈਨਾਪਤੀ ਚੜ੍ਹ ਕੇ ਆਉਂਦੇ ਸਨ, ਉਹਨਾਂ ਦੇ ਸਮੇਤ ਖਾਤਮਾ ਕਰਦੇ ਹਨ। ਬਹੁਤ ਵੱਡੀਆਂ ਜਿੱਤਾਂ, ਬਹੁਤ ਵੱਡੀ ਫਤਿਹ ਜਿਹੜੀ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਾਪਤ ਕਰਦੇ ਹਨ। ਇਸ ਕਰਕੇ ਸਾਧ ਸੰਗਤ ਜੀ, ਅੱਜ ਦਾ ਦਿਹਾੜਾ ਜਿਹੜਾ ਹੈ, ਇੱਕ ਸਿੱਖ ਜਗਤ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਹੈ, ਬਹੁਤ ਵੱਡਾ ਟਰਨਿੰਗ ਪੁਆਇੰਟ ਹੈ। ਸਿੱਖ ਨੇ ਜਿੱਥੇ ਅੰਦਰੋਂ ਮਜ਼ਬੂਤ ਹੋਣਾ ਹੈ, ਉੱਥੇ ਬਾਹਰੋਂ ਵੀ ਮਜ਼ਬੂਤ ਹੋਣਾ ਹੈ। ਕਿ ਜਣਾ ਖਣਾ ਜਿਹੜਾ ਹੈ ਨਾ, ਉਹ ਕੋਈ ਤੰਗ ਪਰੇਸ਼ਾਨ ਨਾ ਕਰੇ। ਦੂਸਰਾ ਸਾਧ ਸੰਗਤ ਜੀ, ਅੱਜ ਸਿੱਖ ਜਗਤ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ।
ਜਿਨ੍ਹਾਂ ਨੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰ ਰਹਿ ਕੇ ਬਹੁਤ ਭਾਰੀ ਸੇਵਾ ਨਿਭਾਈ। 1704 ਈਸਵੀ ਦੇ ਵਿੱਚ ਸਤਿਗੁਰਾਂ ਦੇ ਹੁਕਮ ਦੇ ਵਿੱਚ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ ਦੇ ਨਾਲ ਦਿੱਲੀ ਆਉਂਦੇ ਹਨ। ਜਿਸ ਵਕਤ ਧੰਨ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗਾਂ ਜੁੱਧਾਂ ਤੋਂ ਵਿਹਲੇ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚਦੇ ਹਨ, ਉਸ ਵਕਤ ਮਾਤਾਵਾਂ ਦੇ ਸਮੇਤ ਭਾਈ ਮਨੀ ਸਿੰਘ ਸਾਹਿਬ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਹਨ। ਇੱਥੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਗਾ ਕੇ ਦੂਸਰੀ ਵਾਰੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਵਾਉਂਦੇ ਹਨ, ਤਿਆਰ ਕਰਵਾਉਂਦੇ ਹਨ ਔਰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥ ਜਿਹੜੇ ਹਨ ਉਹ ਗੁਰਸਿੱਖਾਂ ਨੂੰ ਪੜ੍ਹਾਉਂਦੇ ਹਨ। ਅਰਥ ਸੁਣਦਿਆਂ ਇਤਿਹਾਸ ਦੇ ਮੁਤਾਬਕ ਜਿਹੜੇ 48 ਸਿੰਘ ਸਨ ਉਹ ਬਦੇ ਮੁਕਤ ਹੋ ਗਏ ਸਨ, ਜੀਵਨ ਮੁਕਤ ਹੋ ਗਏ ਸਨ। ਸਰੀਰ ਦੇ ਨਾਲ ਉਹਨਾਂ ਦਾ ਸੰਬੰਧ ਟੁੱਟ ਚੁੱਕਿਆ ਸੀ, ਸਰੀਰ ਤੋਂ ਉੱਪਰ ਉੱਠ ਚੁੱਕੇ ਸਨ। ਧੰਨ ਬਾਬਾ ਦੀਪ ਸਿੰਘ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਅੱਜ ਰਸ ਬਣਿਆ ਹੈ, ਜਿਹੜਾ ਅੱਜ ਆਨੰਦ ਬਣਿਆ ਹੈ, ਕਿਧਰੇ ਟੁੱਟ ਨਾ ਜਾਵੇ। ਪਾਤਸ਼ਾਹ ਜੀ ਨੇ ਵਚਨ ਕੀਤੇ ਸਨ ਵੀ ਸਿਰ ਤਾਂ ਲੱਥ ਸਕਦਾ ਹੈ, ਰਸ ਜਿਹੜਾ ਹੈ ਉਹ ਨਹੀਂ ਟੁੱਟ ਸਕਦਾ ਹੈ। ਭਾਈ ਮਨੀ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਸੀ, ਸਤਿਗੁਰਾਂ ਨੇ ਵਚਨ ਕੀਤਾ ਸੀ ਬੰਦ ਤਾਂ ਕੱਟਿਆ ਜਾ ਸਕਦਾ ਹੈ, ਰਸ ਨਹੀਂ ਕੱਟਿਆ ਜਾ ਸਕਦਾ ਹੈ, ਰਸ ਇਸੇ ਤਰ੍ਹਾਂ ਬਣਿਆ ਰਹੇਗਾ। ਜਿਹੜੇ ਅੱਜ ਸਾਧ ਸੰਗਤ ਜੀ ਸਿੱਖ ਪਤਿਤ ਹੋ ਰਹੇ ਹਨ, ਕੇਸਾਂ ਦੀ ਬੇਅਦਬੀ ਕਰਵਾ ਰਹੇ ਹਨ, ਉਹਨਾਂ ਵਾਸਤੇ ਅੱਜ ਬਹੁਤ ਵੱਡਾ ਪ੍ਰੇਰਨਾ ਲੈਣ ਵਾਲਾ ਦਿਹਾੜਾ ਹੈ। ਜੇ ਸੱਚੀ ਮੁੱਚੀ ਸਤਿਗੁਰਾਂ ਦੀ ਸੇਵਾ ਕੀਤੀ ਹੋਈ ਹੋਵੇ, ਸੱਚੀ ਮੁੱਚੀ ਬਾਣੀ ਦੇ ਵਿੱਚ ਚਿੱਤ ਜੋੜਿਆ ਹੋਵੇ, ਕਦੇ ਕੋਈ ਪਤਿਤ ਨਾ ਹੋਵੇ। ਕਿਉਂਕਿ ਬਾਣੀ ਜਿਹੜੀ ਹੈ ਨਾ, ਜਦ ਅੰਦਰ ਵਸ ਜਾਂਦੀ ਹੈ, ਬੰਦ ਵੀ ਕੱਟਿਆ ਜਾ ਰਿਹਾ ਸੀ, ਪਰ ਸਾਧ ਸੰਗਤੀ ਭਾਈ ਮਨੀ ਸਿੰਘ ਸਾਹਿਬ ਜੀ ਫਿਰ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ ਸਨ, ਫਿਰ ਵੀ ਬਾਣੀ ਦਾ ਪ੍ਰਵਾਹ ਚੱਲਦਾ ਰਿਹਾ ਹੈ। ਜਿਸ ਵਕਤ ਬੰਦੀ ਛੋੜ ਦਿਵਸ ਦੇ ਉੱਪਰ ਭਾਈ ਮਨੀ ਸਿੰਘ ਸਾਹਿਬ ਜੀ ਨੇ ਉਹ ਦਿਹਾੜੇ ਨੂੰ ਮਨਾਉਣ ਵਾਸਤੇ ਜ਼ਕਰੀਆ ਖਾਨ ਨੂੰ, ਸਮੇਂ ਦੀ ਸਰਕਾਰ ਨੂੰ 10,000 ਦੇਣਾ ਕੀਤਾ। ਇਹਨਾਂ ਨੇ ਇਹ ਵਿਉਂਤ ਬਣਾਈ ਵੀ ਇੱਕੋ ਸਮੇਂ ਸਿੱਖਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਗੇ ਤਾਂ ਖਤਮ ਕਰ ਦਿੱਤਾ ਜਾਵੇ। ਬਹੁਤ ਸਾਰੀ ਫੌਜ ਲਾ ਦਿੱਤੀ। ਭਾਈ ਮਨੀ ਸਿੰਘ ਸਾਹਿਬ ਜੀ ਨੇ ਇਹਨਾਂ ਦੀ ਨੀਅਤ ਨੂੰ ਭਾਂਪਦਿਆਂ ਹੋਇਆਂ ਗੁਰਸਿੱਖਾਂ ਨੂੰ ਰੋਕ ਦਿੱਤਾ। ਇਸ ਕਰਕੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਹੈ, ਜਿਹੜਾ ਗੁਰੂ ਘਰ ਦਾ ਦੋਖੀ ਲੱਖੂ ਸੀ, ਉਹ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਆਉਂਦਾ ਹੈ। ਕਿਉਂਕਿ ਬਾਅਦ ਦੇ ਵਿੱਚ ਜਦ ਸਾਧ ਸੰਗਤ ਜੀ ਮੀਰ ਮੰਨੂ ਦਾ ਦੀਵਾਨ ਬਣਦਾ ਹੈ ਨਾ, ਕੌੜਾ ਮੱਲ, ਜਿਸ ਨੂੰ ਸਿੱਖ ਜਗਤ ਦੇ ਵਿੱਚ ਮਿੱਠਾ ਮੱਲ ਕਰਕੇ ਜਿਨ੍ਹਾਂ ਨਾਮ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਦੇਖੋ, ਕਈਆਂ ਦਾ ਨਾਮ ਤਾਂ ਬੜਾ ਹੋਰ ਤਰ੍ਹਾਂ ਦਾ ਹੁੰਦਾ ਹੈ, ਪਰ ਕੰਮ ਬੜੇ ਉਹਨਾਂ ਦੇ ਪਵਿੱਤਰ ਹੁੰਦੇ ਹਨ, ਚੰਗੇ ਹੁੰਦੇ ਹਨ। ਕਈ ਨਾਮ ਬੜਾ ਸੋਹਣਾ ਰਖਾ ਲੈਂਦੇ ਹਨ, ਕੰਮ ਬੜੇ ਮਾੜੇ ਕਰਦੇ ਹਨ। ਨਾਮ ਸੀ ਕੌੜਾ ਮੱਲ, ਪਰ ਗੁਰਸਿੱਖਾਂ ਦੀ ਇਹਨੇ ਬਹੁਤ ਭਾਰੀ ਮਦਦ ਕੀਤੀ ਹੈ। ਇਹਨੇ ਫਿਰ ਐਸੇ ਲੱਖੂ ਨੂੰ ਗੁਰਸਿੱਖਾਂ ਦੇ ਸਾਹਮਣੇ ਪੇਸ਼ ਕੀਤਾ ਸੀ, ਸੌਂਪਣਾ ਕੀਤਾ ਸੀ, ਜਿੱਥੇ ਜੰਗਲ ਮੈਦਾਨ ਜਾਣ ਵਾਲੇ ਥਾਂ ਤੇ ਲੈਟਰਿੰਗ ਦੇ ਵਿੱਚ ਰੱਖ ਕੇ ਇਸ ਲੱਖੂ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਮਾਰਿਆ ਗਿਆ ਸੀ। ਸੋ ਸਾਧ ਸੰਗਤ ਜੀ, ਭਾਈ ਮਨੀ ਸਿੰਘ ਸਾਹਿਬ ਜੀ, ਇਹਨਾਂ ਦੇ ਸਾਹਮਣੇ ਵੀ ਇਹੀ ਪ੍ਰਸਤਾਵ ਰੱਖਿਆ ਗਿਆ ਕਿ ਜਾਂ ਤੁਸੀਂ ਇਸਲਾਮ ਕਬੂਲ ਕਰੋ ਜਾਂ ਫਿਰ ਤੁਸੀਂ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ। ਭਾਈ ਸਾਹਿਬ ਜੀ ਨੇ ਆਖਿਆ ਸੀ
ਵੀ ਕਦੇ ਸਿੱਖ ਨੇ ਆਪਣਾ ਧਰਮ ਤਿਆਗਿਆ ਹੈ ਤਾਂ ਉਸ ਵਕਤ ਕਾਜ਼ੀਆਂ ਮੁਲਾਣਿਆਂ ਨੇ ਬੰਦ ਕੱਟਣ ਦੀ ਸਜ਼ਾ ਸੁਣਵਾਉਣਾ ਕੀਤੀ। ਜਿਸ ਵਕਤ ਜਲਾਦ ਗੁੱਟ ਦੇ ਉੱਪਰ ਵਾਰ ਕਰਨ ਲੱਗਾ ਤਾਂ ਭਾਈ ਮਨੀ ਸਿੰਘ ਸਾਹਿਬ ਜੀ ਆਖਣ ਲੱਗੇ ਵੀ ਜਿਹੜਾ ਬੰਦ ਹੈ ਪਹਿਲਾਂ ਉਹ ਪੋਟੇ ਦੇ ਉੱਪਰ ਬਣਦਾ ਹੈ। ਆਪ ਕਹਿ ਕੇ ਪੋਟਾ ਜਿਹੜਾ ਸੀ ਕਟਵਾਉਣਾ ਕੀਤਾ, ਬੰਦ ਕਟਵਾਉਣਾ ਕੀਤਾ, ਔਰ ਸਾਧ ਸੰਗਤ ਜੀ ਮੁਖ ਤੋਂ ਸੀ ਤੱਕ ਨਹੀਂ ਉਚਾਰੀ ਹੈ। ਐਨ ਸ਼ਾਂਤ ਰੂਪ ਹੋ ਕੇ ਅਡੋਲ ਰੂਪ ਦੇ ਵਿੱਚ ਬੈਠੇ ਰਹੇ ਹਨ, ਸਮਾਧੀ ਦੇ ਵਿੱਚ ਬੈਠੇ ਰਹੇ ਹਨ। ਇੱਕ ਤਾਂ ਅੱਖਾਂ ਬੰਦ ਕਰਕੇ ਸਮਾਧੀ ਲਗਾਉਂਦੇ ਹਨ। ਧੰਨ ਹਨ ਗੁਰੂ ਕੇ ਪਿਆਰੇ ਲਾਲ ਜਿਨ੍ਹਾਂ ਨੇ ਅੱਖਾਂ ਖੋਲ ਕੇ ਸਮਾਧੀ ਲਾ ਕੇ ਵਿਖਾਈ ਹੈ, ਕਿਸ ਤਰ੍ਹਾਂ ਸਮਾਧੀ ਲਗਾਈ ਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਐਸੇ ਮਹਾਨ ਜਿਨ੍ਹਾਂ ਨੂੰ ਮਾਤਾ ਸੁੰਦਰ ਕੌਰ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਨਿਯੁਕਤ ਕੀਤਾ ਸੀ, ਉਹਨਾਂ ਦਾ ਅੱਜ ਭਾਈ ਮਨੀ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਸੋ ਆਓ ਹੁਣ ਜਿਸ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਹੁਕਮਨਾਮਾ ਆਪਾਂ ਨੂੰ ਬਖਸ਼ਿਸ਼ ਹੋਇਆ ਹੈ, ਉਸ ਦੀ ਵਿਚਾਰਧਾਰਾ ਦੇ ਨਾਲ ਜੁੜਦਿਆਂ ਹੋਇਆਂ ਆਓ ਪਿਆਰ ਦੇ ਨਾਲ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਇਹ ਪਾਵਨ ਪਵਿੱਤਰ ਹੁਕਮਨਾਮਾ ਰਾਗ ਸੋਰਠ ਦੀ ਵਾਰ ਦੇ ਵਿੱਚੋਂ ਜੋ ਚੌਥੇ ਪਾਤਸ਼ਾਹ ਜੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ, ਉਸ ਦੇ ਵਿੱਚ ਜਿਹੜੇ ਪਹਿਲੇ ਦੋ ਸ਼ਬਦ ਹਨ ਸਾਧ ਸੰਗਤ ਜੀ, ਇਸ ਸ਼ਬਦ ਦੇ ਵਿੱਚ ਉਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਨ। ਆਰੰਭ ਦੇ ਵਿੱਚ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਦੀ ਮਹਿਮਾ ਬਿਆਨ ਕਰ ਰਹੇ ਹਨ, ਕਿਉਂਕਿ ਮਹਾਰਾਜ ਆਪ ਸੇਵਾ ਦੀ ਸਵੈਮ ਮੂਰਤ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਆਪਣੇ ਜੀਵਨ ਕਾਲ ਦੇ ਵਿੱਚ ਸੇਵਾ ਕਰਕੇ ਵਿਖਾਈ ਹੈ। ਜਿਸ ਵਕਤ ਬੀਬੀ ਅਮਰੋ ਜੀ ਦੀ ਮਾਰਫਤ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਹੁੰਚਦੇ ਹਨ, ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਪੁਰਾਤਨ ਸਮਿਆਂ ਦੇ ਵਿੱਚ ਲੋਕ ਧੂਣੀਆਂ ਤਪਾਉਂਦੇ ਸਨ, ਜਲ ਧਾਰੇ ਕਰਦੇ ਸਨ, ਪੁੱਠੇ ਲਟਕਦੇ ਸਨ, ਇਸ ਤਰ੍ਹਾਂ ਦੇ ਕਠਿਨ ਤਪ ਕਰਦੇ ਸਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਮਾਂ ਆਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਗੁਰ ਸੇਵਾ ਤਪਾਂ ਸਿਰ ਤਪਸਾਰ। ਕਹਿੰਦੇ ਕੋਈ ਹਜ਼ਾਰਾਂ ਸਾਲ ਤਪ ਕਰਦਾ ਰਵੇ, ਉਹਦੀ ਬਜਾਏ ਜੇਕਰ ਕੋਈ ਕੁਝ ਮਹੀਨੇ ਹੀ ਸੇਵਾ ਕਰ ਲਵੇ ਨਾ, ਉਸ ਦੇ ਨਾਲੋਂ ਕਈ ਗੁਣਾ ਜ਼ਿਆਦਾ ਫਲਦਾਇਕ ਹੈ, ਜ਼ਿਆਦਾ ਲਾਭਦਾਇਕ ਹੈ। ਸੇਵਾ ਦੇ ਵਿੱਚ ਬਹੁਤ ਵੱਡੀਆਂ ਬਰਕਤਾਂ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੇ ਗੁਰਸਿੱਖਾਂ ਨੂੰ ਬੇਨਤੀ ਕੀਤੀ ਕਿ ਗੁਰਸਿੱਖੋ ਮੈਨੂੰ ਇਹ ਜਿਹੜੀ ਜਲ ਦੀ ਸੇਵਾ ਹੈ ਨਾ, ਇਹ ਮੇਰੀ ਝੋਲੀ ਦੇ ਵਿੱਚ ਪਾ ਦਿਓ। 71 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਜੀ ਨੇ ਸੇਵਾ ਕਰਨੀ ਸ਼ੁਰੂ ਕੀਤੀ। ਇਹ ਬੜੀ ਵੱਡੀ ਇੱਕ ਪ੍ਰੇਰਨਾ ਵੀ ਹੈ। ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਮਨ ਕਿਤਨਾ ਚੜ੍ਹਦੀਆਂ ਕਲਾ ਦੇ ਵਿੱਚ ਹੈ, ਔਰ ਸਾਧ ਸੰਗਤ ਜੀ ਲਗਾਤਾਰ ਜੋ ਲੰਗਰ ਦੇ ਵਿੱਚ ਜਲ ਚਾਹੀਦਾ ਹੈ, ਛਕਣ ਵਾਸਤੇ ਚਾਹੀਦਾ ਹੈ,
ਜਾਂ ਫਿਰ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਸ਼ਨਾਨ ਕਰਵਾਉਣ ਵਾਸਤੇ ਜਲ ਚਾਹੀਦਾ ਹੈ। ਸਾਰਾ ਦਿਨ ਜਲ ਢੋਣ ਦੀ ਸੇਵਾ ਕਰਦੇ ਰਹਿੰਦੇ ਹਨ। ਰਾਤ ਪੈਂਦੀ ਹੈ, ਸਾਰਾ ਦਿਨ ਭਜਨ ਕਰਦੇ ਰਹਿੰਦੇ ਹਨ, ਸਿਮਰਨ ਕਰਦੇ ਰਹਿੰਦੇ ਹਨ। ਭਿੰਨੀ ਰੈਣੜੀਏ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ RAM ਪਿਆਰੇ। ਸਾਰਾ ਦਿਨ ਸੇਵਾ ਦੇ ਵਿੱਚ ਲੰਘ ਜਾਂਦਾ ਹੈ, ਸਾਰੀ ਰਾਤ ਸਿਮਰਨ ਦੇ ਵਿੱਚ ਲੰਘ ਜਾਂਦੀ ਹੈ, ਭਜਨ ਦੇ ਵਿੱਚ ਲੰਘ ਜਾਂਦੀ ਹੈ। ਕਈ ਮਾੜਾ ਆਖਦੇ ਹਨ, ਕਈ ਚੰਗਾ ਆਖਦੇ ਹਨ। ਸੇਵਾ ਕਰਨ ਵਾਲਿਆਂ ਨੂੰ ਦੋ ਤਰ੍ਹਾਂ ਦੇ ਲੋਕ ਮਿਲਦੇ ਹਨ। ਇੱਕ ਤਾਂ ਸਾਧ ਸੰਗਤ ਜੀ ਬੜੀਆਂ ਤਾਰੀਫਾਂ ਕਰਦੇ ਹਨ, ਇੱਕ ਬਿਨਾਂ ਮਤਲਬ ਤੋਂ ਨਿੰਦਾ ਕਰਦੇ ਹਨ। ਨਿੰਦਾ ਕਰਨ ਵਾਲਿਆਂ ਗੁਰਮਤਿ ਦੇ ਵਿੱਚ ਆਖਿਆ ਗਿਆ ਹੈ, ਤਗੜੇ ਹੋ ਕੇ ਨਿੰਦਾ ਕਰੋ, ਸਾਡੀ ਮੈਲ ਧੋ ਜਿੰਨੀ ਧੋਈ ਜਾਂਦੀ ਹੈ। ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਨਿੰਦਕ ਹਮਰੇ ਕੱਪੜੇ ਧੋਵੇ, ਇਸ ਤਰ੍ਹਾਂ ਦੇ ਬਚਨ ਆਉਂਦੇ ਹਨ। ਅਖੀਰ ਦੇ ਵਿੱਚ ਆਖਿਆ, ਨਿੰਦਕ ਡੂਬਾ ਹਮ ਉਤਰੇ ਭਾਰ। ਜਿਹੜੇ ਤਾਰੀਫਾਂ ਕਰਦੇ ਹਨ, ਸਤਿਪੁਰਸ਼ਾਂ ਨੂੰ ਆਪਣੀਆਂ ਤਾਰੀਫਾਂ ਜਿਹੜੀਆਂ ਹੁੰਦੀਆਂ ਹਨ ਉਹ ਪਸੰਦ ਨਹੀਂ ਹੋਇਆ ਕਰਦੀਆਂ ਹਨ। ਨਿੰਦਾ ਕਰਨ ਵਾਲੇ ਤੋਂ ਓਨੇ ਪਰੇਸ਼ਾਨ ਨਹੀਂ ਹੁੰਦੇ ਹਨ ਜਿੰਨੇ ਤਾਰੀਫਾਂ ਕਰਨ ਵਾਲਿਆਂ ਤੋਂ ਹੁੰਦੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਆਉਂਦੇ ਹਨ। ਲੋਕ ਬੜੀਆਂ ਤਾਰੀਫਾਂ ਕਰਦੇ ਸਨ ਨਾ, ਵੀ ਬੜੇ ਸੰਤ ਹਨ ਜੀ, ਬੜੇ ਗੁਰਮੁਖ ਹਨ ਜੀ, ਬੜੇ ਮਹਾਂਪੁਰਸ਼ ਹਨ, ਇਸ ਤਰ੍ਹਾਂ ਹੀ ਆਖਦੇ ਹਨ ਨਾ ਲੋਕ। ਭਾਈ ਸਾਹਿਬ ਜੀ ਕਹਿੰਦੇ, ਰੱਜ ਰੱਜ ਕੇ ਭੰਡ ਲਿਆ ਜੇ, ਹੁਣ ਤਾਂ ਕਰ ਜੋ ਬਸ, ਕੱਜੀ ਰਿੱਝੇ ਕੋਈ ਨਾ ਬੁੱਝੇ, ਤਦ ਤਾਂ ਭਰਦਾ ਰਸ। ਲੋਕ ਤਾਰੀਫਾਂ ਕਰਦੇ ਹਨ, ਭਾਈ ਸਾਹਿਬ ਜੀ ਕਹਿੰਦੇ ਮੇਰਾ ਭੰਡੀ ਪ੍ਰਚਾਰ ਨਾ ਕਰੋ, ਬੜਾ ਭੰਡ ਲਿਆ ਹੈ ਤੁਸੀਂ, ਮੈਨੂੰ ਹੁਣ ਨਾ ਭੰਡੋ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਦੋ ਤਰ੍ਹਾਂ ਦੇ ਲੋਕ ਮਿਲਦੇ ਹਨ। ਲੰਬਾ ਚੌੜਾ ਇਤਿਹਾਸ ਹੈ। ਇਤਿਹਾਸ ਦੇ ਮੁਤਾਬਕ ਜਦ 7ਵੇਂ ਸਾਲ ਦੇ ਵਿੱਚ ਸੇਵਾ ਕਰ ਰਹੇ ਸਨ, ਔਰ ਕਹਿੰਦੇ ਕੁਝ ਜਿਹੜਾ ਅੰਦਰ ਪ੍ਰਕਾਸ਼ ਸੀ ਥੋੜਾ ਹੋਣਾ ਸ਼ੁਰੂ ਹੋ ਗਿਆ ਸੀ, ਮਾਨੋ ਕੇਂਦਰ ਜਿਹੜਾ ਸੀ ਉਹ ਪ੍ਰਾਪਤ ਹੋ ਰਿਹਾ ਸੀ। ਇਸ ਕਰਕੇ 12 ਸਾਲ ਲਗਾਤਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੇਵਾ ਕੀਤੀ। ਜੁਲਾਈ ਵਾਲੀ ਕਹਾਣੀ ਵਾਪਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਇਹ 12 ਵਰਾਂ ਦੇ ਨਾਲ ਮਹਾਰਾਜ ਜੀ ਨਿਵਾਜਦੇ ਹਨ। ਜੋ ਕਹਿੰਦੇ ਚਿੱਤ ਲਗਾ ਕੇ ਸੇਵਾ ਕਰਦੇ ਹਨ, ਮਨ ਲਗਾ ਕੇ, ਮਨ ਖੋਭ ਕੇ ਸੇਵਾ ਕਰਦੇ ਹਨ। ਕਿਸੇ ਨੂੰ ਚੰਗਾ ਆਖਣ ਵਾਲੇ ਦੀ ਪਰਵਾਹ ਨਹੀਂ ਕਰਦੇ, ਮਾੜਾ ਆਖਣ ਵਾਲੇ ਦੀ ਪਰਵਾਹ ਨਹੀਂ ਕਰਦੇ ਹਨ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਬਸ ਗੁਰੂ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਹਨ। ਕਹਿੰਦੇ ਫਿਰ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚ ਹੋ ਜਾਏ। ਜੋ ਭਾਵਨਾ ਲੈ ਕੇ ਸੇਵਾ ਕਰਦੇ ਹਨ, ਕਹਿੰਦੇ ਉਹਨਾਂ ਨੂੰ ਮਨ ਚਿੰਦਿਆ ਫਲ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਕੁਝ ਦਰਖਤ ਫਲ ਵਾਲੇ ਹੁੰਦੇ ਹਨ, ਥੋੜ੍ਹੇ ਚਿਰ ਬਾਅਦ ਫਲ ਦਿੰਦੇ ਹਨ। ਮਨਮੁਖਾਂ ਨੂੰ ਆਖਿਆ ਹੈ, ਮਨਮੁਖ ਊਬੇ ਸੁੱਕ ਗਏ, ਨਾ ਫਲ ਤਿੰਨਾ ਛਾਓ। ਨਾ ਉਹਨਾਂ ਦੀ ਛਾਵੇਂ ਕੋਈ ਬਹਿੰਦਾ ਹੈ, ਨਾ ਉਹਨਾਂ ਦਾ ਕੋਈ ਫਲ ਹੀ ਖਾਂਦਾ ਹੈ। ਪਰ ਕਹਿੰਦੇ ਗੁਰਮੁਖ ਜਿਹੜੇ ਸੇਵਾ ਕਰਦੇ ਹਨ, ਉਹਨਾਂ ਨੂੰ ਜਦ ਫਲ ਲੱਗਦਾ ਹੈ, ਜੇਕਰ ਕੋਈ ਕਾਮਨਾ ਦੇ ਨਾਲ ਸੇਵਾ ਕਰੇ, ਉਹਨਾਂ ਦੀ ਕਾਮਨਾ ਪੂਰੀ ਹੋ ਜਾਂਦੀ ਹੈ। ਜੇ ਭਾਵਨਾ ਦੇ ਨਾਲ ਕਰੇ ਤਾਂ ਉਹਨਾਂ ਨੂੰ ਸੁਆਮੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ।
ਹਉਮੈ ਆਦਿਕ ਜਿਹੜੀ ਹੈ ਉਹ ਕਹਿੰਦੇ ਅੰਦਰੋਂ ਚਲੇ ਜਾਂਦੀ ਹੈ। ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ। ਐਸੇ ਗੁਰਮੁਖ ਸੇਵਾ ਕਰਨ ਵਾਲੇ ਕਹਿੰਦੇ ਮੋਹ ਮਾਇਆ ਦੇ ਬੰਧਨ, ਤ੍ਰਿਸ਼ਨਾ ਵਾਸ਼ਨਾ ਦੇ ਬੰਧਨ, ਜਨਮ ਮਰਨ ਦੇ ਬੰਧਨ, ਜਮਾ ਦੇ ਬੰਧਨ, ਇਹ ਸਾਰੇ ਕਹਿੰਦੇ ਟੁੱਟ ਜਾਂਦੇ ਹਨ, ਜੀਵਨ ਮੁਕਤ ਹੋ ਜਾਂਦੇ ਹਨ। ਉਸ ਸੱਚੇ ਵਾਹਿਗੁਰੂ ਦੇ ਵਿੱਚ ਉਹਨਾਂ ਦੀ ਸਮਾਈ ਹੋ ਜਾਂਦੀ ਹੈ। ਇਸ ਜਗ ਮਹਿ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਵੀ ਇਸ ਜਗਤ ਦੇ ਵਿੱਚ ਸਭ ਤੋਂ ਅਲੱਭ ਵਸਤੂ, ਕੀਮਤੀ ਵਸਤੂ ਪਰਮੇਸ਼ਰ ਦਾ ਨਾਮ ਹੈ। ਉਹ ਕਿਵੇਂ ਪ੍ਰਾਪਤ ਹੁੰਦਾ ਹੈ? ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ। ਨਾਮ ਨਿਧਾਨ ਅਪਾਰ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ, ਕੱਢ ਰਤਨ ਦੇਵੈ ਪ੍ਰਗਾਸ। ਜੋ ਸਤਿਗੁਰ ਦੀ ਸੇਵਾ ਦੇ ਵਿੱਚ ਲੱਗਦੇ ਹਨ, ਕੀਮਤੀ ਰਤਨਾਂ ਵਰਗਾ ਨਾਮ ਸਤਿਗੁਰ ਉਹਨਾਂ ਗੁਰਮੁਖਾਂ ਦੀ ਝੋਲੀ ਦੇ ਵਿੱਚ ਪਾ ਦਿੰਦੇ ਹਨ। ਗੁਰਮੁਖ ਵਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਮਨ ਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ। ਨਾਨਕ ਜੋ ਗੁਰ ਸੇਵਹਿ ਆਪਣਾ, ਹਉ ਤਿਨ ਬਲਿਹਾਰੈ ਜਾਓ। ਤੀਸਰੇ ਗੁਰੂ ਨਾਨਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ, ਜਿਹੜੇ ਗੁਰਮੁਖ ਆਪਣੇ ਗੁਰੂ ਨੂੰ ਸੇਵਦੇ ਹਨ, ਗੁਰੂ ਦੀ ਸੇਵਾ ਕਰਦੇ ਹਨ ਭਾਵਨਾ ਦੇ ਨਾਲ, ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਮਹੱਲਾ ਤੀਜਾ। ਮਨ ਮੁਖ ਮਨ ਅਜਿਤ ਹੈ, ਦੂਜੈ ਲੱਗੈ ਜਾਏ। ਮਹਾਰਾਜ ਫਰਮਾਉਂਦੇ ਹਨ ਕਿ ਮਨਮੁਖ ਦਾ ਮਨ ਜਿਹੜਾ ਹੈ ਉਹ ਅਜਿੱਤ ਹੁੰਦਾ ਹੈ, ਕਦੇ ਉਹਦੇ ਕੋਲੋਂ ਉਹਦੇ ਉੱਪਰ ਜਿੱਤ ਨਹੀਂ ਪ੍ਰਾਪਤ ਹੁੰਦੀ। ਬੜਾ ਚੰਚਲ ਹੁੰਦਾ ਹੈ, ਭਟਕਦਾ ਰਹਿੰਦਾ ਹੈ, ਕਦੇ ਇਕਾਗਰ ਨਹੀਂ ਹੁੰਦਾ ਹੈ। ਚੰਚਲ ਮਨ ਦੇ ਵਿੱਚ, ਭਟਕਦੇ ਹੋਏ ਮਨ ਦੇ ਵਿੱਚ ਕਲਾ ਕਲੇਸ਼, ਦੁੱਖ ਦਲਿੱਦਰ, ਪਰੇਸ਼ਾਨੀਆਂ ਹੁੰਦੀਆਂ ਹਨ। ਟਿਕੇ ਹੋਏ ਮਨ ਦੇ ਵਿੱਚ ਆਨੰਦ ਹੁੰਦਾ ਹੈ, ਸੁੱਖ ਹੁੰਦਾ ਹੈ, ਸ਼ਾਂਤੀ ਹੁੰਦੀ ਹੈ, ਖੇੜਾ ਹੁੰਦਾ ਹੈ, ਖੁਸ਼ੀਆਂ ਹੁੰਦੀਆਂ ਹਨ। ਮਨਮੁਖ ਦਾ ਮਨ ਕਹਿੰਦੇ ਅਜਿੱਤ ਹੈ, ਉਹਦੇ ਕੋਲੋਂ ਜਿੱਤਿਆ ਨਹੀਂ ਜਾਂਦਾ, ਦਵੈਤ ਭਾਵ ਦੇ ਵਿੱਚ ਲੱਗਾ ਰਹਿੰਦਾ ਹੈ। ਤਿਸਨੋ ਸੁਖ ਸੁਪਨੈ ਨਹੀਂ, ਦੁਖੇ ਦੁਖ ਵਿਹਾਏ। ਮਨਮੁਖ ਨੂੰ ਸੁਖ ਕਦੇ ਵਾਸਤੇ ਸੁਪਨੇ ਦੇ ਵਿੱਚ ਵੀ ਪ੍ਰਾਪਤ ਨਹੀਂ ਹੁੰਦਾ ਹੈ। ਉਹਦਾ ਸਾਰਾ ਜੀਵਨ ਦੁੱਖਾਂ ਦੇ ਵਿੱਚ ਹੀ ਬਤੀਤ ਹੁੰਦਾ ਹੈ। ਘਰ ਘਰ ਪੜ ਪੜ ਪੰਡਿਤ ਥਕੇ, ਸਿੱਧ ਸਮਾਦ ਲਗਾਏ। ਘਰਾਂ ਘਰਾਂ ਦੇ ਵਿੱਚ ਪੜ ਪੜ ਕੇ ਜਿਹੜੇ ਗਿਆਨਵਾਨ ਪੰਡਤ ਆਦਿਕ ਸਨ, ਉਹ ਕਹਿੰਦੇ ਥੱਕ ਗਏ, ਉਹਨਾਂ ਨੂੰ ਪਰਮਾਰਥ ਦਾ ਰਸਤਾ ਨਹੀਂ ਲੱਭਿਆ। ਕਿਉਂਕਿ ਵਿਦਵਾਨ ਹੋ ਜਾਣਾ ਹੋਰ ਗੱਲ ਹੁੰਦੀ ਹੈ, ਧਰਮੀ ਹੋ ਜਾਣਾ ਹੋਰ ਗੱਲ ਹੁੰਦੀ ਹੈ। ਤਾਂ ਹੀ ਤਾਂ ਵਿਦਵਾਨਾਂ ਦੇ ਸਤਿਪੁਰਸ਼ਾਂ ਦੇ ਬਚਨ ਹਨ, ਵਿਦਿਆ ਦੇ ਨਾਲ ਬੰਦੇ ਦੀ ਬੁੱਧੀ ਥੋੜ੍ਹੀ ਜਿਹੀ ਤੇਜ਼ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਹੈ, ਸਹੀ ਗਲਤ ਦੀ ਸਮਝ ਲੱਗ ਜਾਂਦੀ ਹੈ। ਪਰ ਇਹਦਾ ਇਹ ਮਤਲਬ ਨਹੀਂ ਵੀ ਵਿਦਵਾਨ ਜਿਹੜਾ ਹੈ ਗਲਤ ਕਰਮਾਂ ਨੂੰ ਤਿਆਗ ਦਿੰਦਾ ਹੈ ਤੇ ਚੰਗਿਆਂ ਨੂੰ ਪਕੜ ਲੈਂਦਾ ਹੈ। ਇਹ ਭਗਤੀ ਦੇ ਨਾਲ, ਗੁਰੂ ਦੀ ਮਿਹਰ ਦੇ ਨਾਲ ਹੁੰਦਾ ਹੈ, ਅਰਦਾਸਾਂ ਦੇ ਨਾਲ ਹੁੰਦਾ ਹੈ। ਤਾਂ ਸਤਿਪੁਰਸ਼ਾਂ ਨੇ ਫਰਮਾਇਆ, ਨਿਕਲ ਜਾ ਅਕਲ ਸੇ ਆਗੇ ਕੇ ਜੇ ਨੂਰ, ਚਿਰਾਗੇ ਰਾਹ ਹੈ ਮੰਜ਼ਲ ਨਹੀਂ ਹੈ। ਇਹ ਜਿਹੜੀ ਤੂੰ ਵਿਦਿਆ ਪੜ੍ਹੀ ਹੈ ਨਾ, ਇਹ ਰਸਤੇ ਦਾ ਚਿਰਾਗ ਹੈ, ਇਹ ਤੇਰੀ ਮੰਜ਼ਲ ਨਹੀਂ। ਜੇ ਮੰਜ਼ਲ ਤੱਕ ਪੜਨਾ ਹੈ ਤਾਂ ਫਿਰ ਭਗਤੀ ਕਰਨੀ ਪਵੇਗੀ, ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਪਵੇਗਾ, ਨਿਮਰਤਾ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਨੀਆਂ ਪੈਣਗੀਆਂ। ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਕਿ ਘਰਾਂ ਘਰਾਂ ਦੇ ਵਿੱਚ ਪੜ੍ਹ ਪੜ੍ਹ ਕੇ ਪੰਡਤ ਥੱਕ ਗਏ, ਸਿੱਧ ਸਮਾਧੀਆਂ ਲਗਾ ਲਗਾ ਕੇ ਥੱਕ ਗਏ,
ਪਰ ਕਹਿੰਦੇ ਜਿਸ ਗਹਿਰਾਈ ਦੇ ਵਿੱਚ ਉਤਰਨਾ ਸੀ ਨਾ ਸਮਾਧੀ ਦੇ ਵਿੱਚ, ਉੱਥੇ ਉਤਰ ਨਹੀਂ ਸਕੇ ਹਨ। ਉਥਲੀ ਉੱਪਰੀ ਸਮਾਧੀ ਲੱਗੀ, ਗਹਿਰੀ ਨਹੀਂ ਲੱਗੀ ਹੈ। ਇਸ ਕਰਕੇ ਗਹਿਰਾਈ ਦੇ ਵਿੱਚ ਨਹੀਂ ਜਾ ਸਕੇ ਹਨ। ਇਹੋ ਮਨ ਵਸ ਨਾ ਆਵਈ, ਥਕੇ ਕਰਮ ਕਮਾਏ। ਇਹ ਕਹਿੰਦੇ ਮਨਮੁਖ ਦੇ ਮਨ ਜਿਹੜਾ ਹੈ ਨਾ, ਉਹ ਵਸ ਦੇ ਵਿੱਚ ਨਹੀਂ ਆਉਂਦਾ ਹੈ। ਬੜੇ ਕਰਮ ਕਰ ਕਰਕੇ ਥੱਕ ਜਾਂਦਾ ਹੈ, ਹਾਰ ਜਾਂਦਾ ਹੈ। ਭੇਖ ਧਾਰੀ ਭੇਖ ਕਰ ਥਕੇ, 68 ਤੀਰਥ ਨਾਏ। ਤਾਈ ਭਗਤ ਬਾਬਾ ਰਵਿਦਾਸ ਜੀ ਦੇ ਬਚਨ ਆਉਂਦੇ ਹਨ, ਤਜ ਭਰਮ ਕਰਮ ਵਿਦ ਨਖੇਦ। ਕਹਿੰਦੇ ਛੱਡ ਇਹਨਾਂ ਗੱਲਾਂ ਨੂੰ, ਕਿਹੜਾ ਕੰਮ ਚੰਗਾ ਹੈ ਕਿਹੜਾ ਮਾੜਾ ਹੈ। RAM ਨਾਮ ਲੇਹੀ, ਤੂੰ ਨਾਮ ਜਪ, ਭਜਨ ਕਰ, ਸਿਮਰਨ ਕਰ, ਫਿਰ ਗੱਲ ਬਣੇਗੀ। ਕਿਹੜੇ ਵਿਧੀ ਕਰਮ ਹਨ, ਕਿਹੜੇ ਨਿਸ਼ੇਧ ਕਰਮ ਹਨ। ਜੇ ਤੈਨੂੰ ਗਿਆਨ ਵੀ ਹੋ ਗਿਆ, ਉਸ ਗਿਆਨ ਦੇ ਨਾਲ ਤੂੰ ਪਾਰ ਨਹੀਂ ਹੋ ਜਾਵੇਂਗਾ। RAM ਨਾਮ ਲੇਹੀ, ਪਰਮੇਸ਼ਰ ਦਾ ਨਾਮ ਲੈ। ਭੇਖ ਧਾਰਨ ਕਰਨ ਵਾਲੇ, ਦਿਖਾਵਾ ਕਰਨ ਵਾਲੇ, ਡਿੰਬ ਕਰਨ ਵਾਲੇ ਕਹਿੰਦੇ ਜਿਹੜੇ ਸਨ, ਉਹ ਵੀ ਥੱਕ ਗਏ ਦਿਖਾਵਾ ਕਰ ਕਰਕੇ। ਤੀਰਥਾਂ ਤੇ ਨਹਾਉਣ ਵਾਲੇ ਵੀ ਥੱਕ ਗਏ, 68 ਤੀਰਥਾਂ ਤੇ ਨਹਾ ਕੇ। ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰਤ ਆਪਣੀ ਪਤ ਖਵਾਇਆ ਹੈ। ਲੋਕਾਂ ਨੂੰ ਸਭ ਪਤਾ ਹੁੰਦਾ ਵੀ ਕਿਹੜਾ ਕਿੰਨੇ ਕੁ ਪਾਣੀ ਵਿੱਚ ਹੈ। ਦਿਖਾਵਾ ਕਰਨ ਤੇ ਵਿਖਾਉਣ ਦੀ ਜ਼ਰੂਰਤ ਨਹੀਂ ਹੋਇਆ ਕਰਦੀ ਹੈ। ਕਹਿੰਦੇ ਮੂਰਖ, ਤੂੰ ਡਿੰਬ ਕਰਕੇ ਦਿਖਾਵਾ ਕਰਕੇ ਆਪਣੀ ਪਤ ਆਪ ਖਰਾਬ ਕਰ ਰਿਹਾ ਹੈ। ਕਾਹੇ ਕੋ ਲੋਗ ਠਗੇ ਠੱਗ ਲੋਗਨ, ਲੋਕ ਗਇਓ ਪਰ ਲੋਕ ਗਵਾਇਆ ਹੈ। ਦਿਖਾਵਾ ਕਰਨ ਦੇ ਨਾਲ ਤੂੰ ਆਪਣਾ ਲੋਕ ਵੀ ਖਰਾਬ ਕਰ ਰਿਹਾ ਹੈ, ਪਰਲੋਕ ਵੀ ਕਰ ਰਿਹਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਸ਼ਾਹੂਕਾਰ ਹੁੰਦੇ ਹਨ, ਉਹਨਾਂ ਦੀ ਤੋਰ ਤੋਂ ਹੀ ਲੋਕ ਵੇਖ ਲੈਂਦੇ ਹਨ ਵੀ ਇਹਨਾਂ ਦੇ ਪੱਲੇ ਕੁਝ ਹੈਗਾ ਹੈ। ਭਜਨ ਕਰਨ ਵਾਲਿਆਂ ਦੇ ਹਾਵ ਭਾਵ ਵੀ ਦੇਖੇ ਜਾ ਸਕਦੇ ਹਨ, ਉਹਨਾਂ ਦਾ ਪਤਾ ਚੱਲ ਜਾਂਦਾ ਹੈ। 68 ਤੀਰਥਾਂ ਤੇ ਨਹਾ ਕੇ ਕਹਿੰਦੇ ਲੋਕ ਥੱਕ ਗਏ। ਮਨ ਕੀ ਸਾਰ ਨਾ ਜਾਣਨੀ, ਹਉ ਮੈਂ ਭਰਮ ਭੁਲਾਏ। ਇਸ ਤਰ੍ਹਾਂ ਦਿਖਾਵਾ ਕਰਨ ਵਾਲੇ, ਤੀਰਥਾਂ ਤੇ ਨਹਾਉਣ ਵਾਲੇ ਕਹਿੰਦੇ ਮਨ ਦੀ ਸਾਰ ਨੂੰ ਉਹਨਾਂ ਨੇ ਜਾਣਿਆ ਨਹੀਂ, ਹਉਮੈ ਦੇ ਵਿੱਚ ਭਰਮ ਦੇ ਵਿੱਚ ਹੀ ਭੁੱਲੇ ਰਹਿੰਦੇ ਹਨ। ਗੁਰ ਪ੍ਰਸਾਦੀ ਭਉ ਪਿਆ, ਵੱਡ ਭਾਗ ਵਸਿਆ ਮਨ ਆਏ। ਮਹਾਰਾਜ ਦਾ ਪ੍ਰੇਮ ਕਦੋਂ ਪੈਦਾ ਹੁੰਦਾ ਹੈ ਜੀਵਨ ਦੇ ਵਿੱਚ? ਸਤਿਗੁਰੂ ਜੀ ਸਮਝਾਉਂਦੇ ਹਨ, ਜਦੋਂ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਦੇ ਅੰਦਰ ਭਉ ਪੈਦਾ ਹੋ ਜਾਂਦਾ ਹੈ, ਡਰ ਪੈਦਾ ਹੋ ਜਾਂਦਾ ਹੈ, ਅਦਬ ਪੈਦਾ ਹੋ ਜਾਂਦਾ ਹੈ। ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਨ, ਨਾਨਕ ਜਿਨ ਮਨ ਭਉ ਤਿਨਾ ਮਨ ਭਾਉ। ਜਦ ਭਉ ਆਉਂਦਾ ਹੈ, ਅਦਬ ਪੈਦਾ ਹੁੰਦਾ ਹੈ, ਡਰ ਪੈਦਾ ਹੁੰਦਾ ਹੈ, ਉਦੋਂ ਕਹਿੰਦੇ ਪ੍ਰੇਮ ਪੈਦਾ ਹੁੰਦਾ ਹੈ। ਸੰਸਾਰ ਵਾਲਾ ਭਉ ਨਹੀਂ, ਗੁਰਮੁਖਾਂ ਦਾ ਨਿਰਮਲ ਭਉ ਹੁੰਦਾ ਹੈ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਮਹਾਰਾਜ ਨੇ ਇਹ ਵੀ ਫਰਮਾਇਆ, ਜਿਹੜਾ ਸੰਸਾਰ ਵਾਲਾ ਭਉ ਹੈ ਨਾ, ਏਕ ਨੇਹੀ ਆਸ ਕੀ ਜਿਤ ਭਉ ਖਸਮ ਨਾ ਜਾਏ। ਕਹਿੰਦੇ ਇਹ ਵੀ ਜਿਹੜਾ ਹੈ ਨਾ ਸਹੀ ਨਹੀਂ ਹੈ। ਨਿਰਮਲ ਭਉ ਚਾਹੀਦਾ ਹੈ, ਅਦਬ ਚਾਹੀਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਗੁਰਮੁਖਾਂ ਦੇ ਅੰਦਰ ਨਿਰਮਲ ਭਉ ਜਿਹੜਾ ਹੈ ਉਹ ਆ ਜਾਂਦਾ ਹੈ। ਵੱਡੇ ਭਾਗਾਂ ਦੇ ਨਾਲ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ। ਭੈ ਪੈ ਮਨ ਵਸ ਹੁਆ, ਹਉ ਮੈਂ ਸ਼ਬਦ ਜਲਾਏ। ਭੈ ਦੇ ਪੈਣ ਦੇ ਨਾਲ, ਭਉ ਦੇ ਆਉਣ ਦੇ ਨਾਲ ਮਨ ਵਸ ਦੇ ਵਿੱਚ ਹੋ ਜਾਂਦਾ ਹੈ। ਜਦੋਂ ਭਉ ਆ ਜਾਂਦਾ ਹੈ ਵੀ ਨਹੀਂ, ਪਰਮੇਸ਼ਰ ਦੇਖ ਰਿਹਾ ਹੈ, ਪਰਮੇਸ਼ਰ ਸੁਣ ਰਿਹਾ ਹੈ, ਇਸ ਕਰਕੇ ਕਹਿੰਦੇ ਉਸ ਵਕਤ ਫਿਰ
ਜਿਹੜੀ ਹਉਮੈ ਹੈ ਸ਼ਬਦ ਦੁਆਰਾ ਖਤਮ ਹੋ ਜਾਂਦੀ ਹੈ। ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ। ਜਿਹੜੇ ਸੱਚ ਦੇ ਵਿੱਚ ਰੰਗੇ ਜਾਂਦੇ ਹਨ, ਮਿਲ ਜਾਂਦੇ ਹਨ, ਉਹ ਨਿਰਮਲ ਮਨ ਵਾਲੇ ਹੋ ਜਾਂਦੇ ਹਨ, ਪਵਿੱਤਰ ਹੋ ਜਾਂਦੇ ਹਨ। ਉਹਨਾਂ ਦੀ ਜੋਤ ਪਰਮ ਜੋਤ ਦੇ ਵਿੱਚ ਮਿਲ ਜਾਂਦੀ ਹੈ। ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ। ਸਤਿਗੁਰੂ ਦੇ ਮਿਲਾਪ ਦੇ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਐਸੇ ਗੁਰਮੁਖ ਕਹਿੰਦੇ ਸੁਖ ਦੇ ਵਿੱਚ ਸਦਾ ਵਾਸਤੇ ਲੀਨ ਹੋ ਜਾਂਦੇ ਹਨ। ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ। ਪੌੜੀ ਵਿੱਚ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਸੰਸਾਰ ਦੇ ਜਿਹੜੇ ਰਾਜੇ ਰਾਣੇ ਹਨ, ਇਹਨਾਂ ਦੀ 4 ਦਿਨ ਦੀ ਹੀ ਖੇਡ ਹੁੰਦੀ ਹੈ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਉ ਹਰ ਸਮਾਨ ਨਹੀਂ ਰਾਜਾ। 4 ਦਿਨ ਦੀਆਂ ਕਹਿੰਦੇ ਉਹਨਾਂ ਦੀਆਂ ਮੌਜਾਂ ਹੁੰਦੀਆਂ ਹਨ। ਇਹੋ ਮਾਇਆ ਰੰਗ ਕਸੁੰਭ ਖਿਨ ਮਹਿ ਲਹਿ ਜਾਵਣਾ। ਮਾਇਆ ਦਾ ਰੰਗ ਕਸੁੰਬੇ ਦਾ ਰੰਗ ਹੈ, ਕੱਚਾ ਰੰਗ ਹੈ, ਬਹੁਤ ਜਲਦੀ ਕਹਿੰਦੇ ਇਹ ਲੈ ਜਾਣ ਵਾਲਾ ਹੈ। ਚੱਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ। ਕਿਉਂਕਿ ਜਦ ਇੱਥੋਂ ਮਨੁੱਖ ਤੁਰਦਾ ਹੈ ਪਰਲੋਕ ਵਾਲੇ ਪਾਸੇ ਨੂੰ, ਨਾਲ ਤਾਂ ਕੁਝ ਵੀ ਨਹੀਂ ਜਾਂਦਾ ਹੈ, ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਹੈ। ਪਾਪਾਂ ਦੀ ਪੰਡ ਜ਼ਰੂਰ ਆਪਣੇ ਸਿਰ ਤੇ ਚੁੱਕ ਕੇ ਲੈ ਜਾਂਦਾ ਹੈ। ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ। ਜਦੋਂ ਕਹਿੰਦੇ ਕਾਲ ਜਮ ਆ ਕੇ ਪਕੜ ਕੇ ਲੈ ਜਾਂਦੇ ਹਨ, ਫਿਰ ਕਹਿੰਦੇ ਇਹ ਬਹੁਤ ਭਿਆਨਕ ਦਾ ਸਰੂਪ ਬੜਾ ਡਰਾਵਣਾ ਪ੍ਰਤੀਤ ਹੁੰਦਾ ਹੈ। ਜਾਂ ਜਿਹੜੇ ਬੜੇ ਡਰਾਵਣੇ ਜਮ ਆਦਿਕ ਹਨ, ਉਹ ਇਸ ਨੂੰ ਪਕੜ ਕੇ ਲੈ ਜਾਂਦੇ ਹਨ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਅਵਗਣ ਪਛੋਤਾਵਣਾ। ਕਹਿੰਦੇ ਬਹੁਤ ਭਿਆਨਕ ਇਸ ਨੂੰ ਸਰੂਪ ਦਿਖਾਉਂਦੇ ਹਨ। ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ। ਇਹ ਮਨੁੱਖਾ ਜੀਵਨ ਦਾ ਵੇਲਾ ਕਹਿੰਦੇ ਫਿਰ ਬਾਅਦ ਦੇ ਵਿੱਚ ਹੱਥ ਨਹੀਂ ਆਉਂਦਾ ਹੈ। ਅਖੀਰ ਵਿੱਚ ਮਨੁੱਖ ਨੂੰ ਪਛਤਾਉਣਾ ਪੈਂਦਾ ਹੈ ਵੀ ਬੜਾ ਕੀਮਤੀ ਸਮਾਂ ਮਿਲਿਆ ਸੀ, ਇਸ ਨੂੰ ਅਜਾਈਂ ਹੀ ਗਵਾ ਦਿੱਤਾ। ਖਾਣ ਵਿੱਚ, ਪਹਿਨਣ ਵਿੱਚ, ਸੰਸਾਰ ਦੇ ਸੁੱਖਾਂ ਵਿੱਚ, ਕਾਰ ਵਿਹਾਰਾਂ ਦੇ ਵਿੱਚ ਹੀ ਬਤੀਤ ਕਰ ਦਿੱਤਾ। ਭਜਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਂਦਾ। ਅਖੀਰ ਨੂੰ ਕਹਿੰਦੇ ਮਨੁੱਖ ਨੂੰ ਪਛਤਾਉਣਾ ਪੈਂਦਾ ਹੈ। ਇਸ ਕਰਕੇ ਸਾਧ ਸੰਗਤ ਜੀ ਆਪਾਂ ਸਾਰੇ ਪ੍ਰੇਰਣਾ ਲਈਏ ਕਿ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਿੱਖਿਆ ਹੈ, ਮੂਲ ਰੂਪ ਦੇ ਵਿੱਚ ਸੇਵਾ ਅਤੇ ਸਿਮਰਨ, ਉਹਦੇ ਨਾਲ ਆਪਾਂ ਜੁੜਨਾ ਕਰੀਏ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਸਾਧ ਸੰਗਤ ਜੀ ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ। ਇੱਥੇ ਸਮਾਪਤੀ ਹੈ। ਸਮੂਹ ਪ੍ਰਬੰਧਕ ਜਨਾਂ ਦਾ ਆਪ ਗੁਰੂ ਰੂਪ ਪਿਆਰੀ ਸੰਗਤ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ। ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।